ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਹਜ਼ੂਰ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੇ ਹਜ਼ੂਰ ਜੁੜ ਕੇ ਗੁਰੂ ਦੀ ਬਾਣੀ ਰਾਹੀਂ ਵਾਹਿਗੁਰੂ ਨਾਲ ਜੁੜਨ ਦਾ, ਪਰਮੇਸ਼ਰ ਨਾਲ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਇਸ ਜਗਤ ਅੰਦਰ, ਇਸ ਸੰਸਾਰ ਵਿੱਚ ਮਨੁੱਖ ਧੰਦਿਆਂ ਦੇ ਵਿੱਚ ਹੀ ਆਪਣਾ ਸਮੁੱਚਾ ਜੀਵਨ ਜੀ ਕੇ ਇਸ ਦੁਨੀਆ ਤੋਂ ਗੁਜ਼ਰ ਜਾਂਦਾ ਹੈ। ਧੰਦਿਆਂ ਤੋਂ ਬਿਨਾਂ ਬੰਦੇ ਦੇ ਜੀਵਨ ਵਿੱਚ ਜੇ ਦੇਖਿਆ ਜਾਵੇ ਤਾਂ ਹੋਰ ਕੁਝ ਹੈ ਵੀ ਨਹੀਂ ਹੈ। ਕਿ ਬੰਦੇ ਨੂੰ ਬਚਪਨ ਤੋਂ ਹੀ ਉਸ ਨੂੰ ਧੰਦਿਆਂ ਵਾਲੇ ਪਾਸੇ ਹੀ ਲਾਇਆ ਜਾਂਦਾ ਹੈ, ਉਹਨੂੰ ਕੰਮ ਧੰਦਾ ਕਰਨ ਵੱਲ ਨੂੰ ਹੀ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲਾਂ ਕਾਲਜਾਂ ਦੀ, ਯੂਨੀਵਰਸਿਟੀਆਂ ਦੀ ਪੜ੍ਹਾਈ ਇਹ ਧੰਦੇ ਹੀ ਤਾਂ ਇਹਨੇ, ਹੋਰ ਕੀ ਹੈ ਕਿ ਉਹ ਪੜ੍ਹ ਲਿਖ ਕੇ ਆਪਣਾ ਕੋਈ ਵਧੀਆ ਨੌਕਰੀ, ਕੋਈ ਵਧੀਆ ਕੰਮ ਧੰਦਾ ਕਰ ਲਏਗਾ। ਜੇ ਨਹੀਂ ਪੜ੍ਹੇਗਾ ਤਾਂ ਉਸ ਨੂੰ ਕੋਈ ਦਿਹਾੜੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਛੋਟਾ ਮੋਟਾ ਕੰਮ ਕਰਨਾ ਪੈਣਾ। ਜੇ ਵਧੀਆ ਪੜ੍ਹ ਲਿਖ ਜਾਏਗਾ ਤਾਂ ਵਧੀਆ ਕੋਈ ਨੌਕਰੀ ਲੱਗ ਜਾਏਗੀ, ਕੋਈ ਅਫਸਰ ਬਣ ਜਾਏਗਾ, ਕੋਈ ਡਾਕਟਰ ਬਣ ਜਾਏਗਾ, ਇੰਜੀਨੀਅਰ ਬਣ ਜਾਏਗਾ। ਪਰ ਸੋਚ ਬੰਦੇ ਦੀ ਧੰਦੇ ਤੱਕ ਹੀ ਸੀਮਤ ਹੈ, ਕੰਮ ਤੱਕ। ਇਸ ਲਈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਲਾਣੀਆਂ ਬਾਣੀ ਵਿੱਚ ਕਿਹਾ, ਸਤਿਗੁਰੂ ਕਹਿੰਦੇ ਲੋਕ ਬੰਦੇ ਨੂੰ ਨਹੀਂ ਰੋਂਦੇ, ਲੋਕ ਧੰਦਿਆਂ ਨੂੰ ਰੋਂਦੇ ਨੇ। ਧੰਦੇ ਕਾਰਨ ਬਾਬਾ ਰੋਵੀਐ। ਸਤਿਗੁਰੂ ਕਹਿੰਦੇ ਧੰਦੇ ਕਰਕੇ ਲੋਕ ਰੋਂਦੇ ਨੇ ਕਿ ਹੁਣ ਕੰਮ ਕੌਣ ਕਰੇਗਾ, ਕਿਉਂਕਿ ਇਹੀ ਬੰਦਾ ਤੇ ਕਮਾਉਣ ਵਾਲਾ ਸੀ, ਇਹ ਚਲਾ ਗਿਆ, ਹੁਣ ਕੀ ਕਰਾਂਗੇ। ਕੰਮਾਂ ਨੂੰ, ਧੰਦਿਆਂ ਨੂੰ ਲੋਕ ਰੋਂਦੇ ਨੇ ਕਿ ਇਹਦੇ ਤੋਂ ਬਿਨਾਂ ਹੁਣ ਇਹਦੇ ਵਾਲੇ ਕੰਮ ਹੋਰ ਕੌਣ ਕਰੇਗਾ। ਇਹਨਾਂ ਧੰਦਿਆਂ ਦੇ ਵਿੱਚ ਹੀ ਸਾਰਾ ਸੰਸਾਰ ਉਲਝਿਆ। ਬੰਦਾ ਸਵੇਰੇ ਰੋਟੀ ਪਾਣੀ ਖਾਂਦਾ ਹੈ, ਆਪਣੇ ਕੰਮ ਤੇ ਚਲਿਆ ਜਾਂਦਾ ਹੈ, ਸ਼ਾਮ ਨੂੰ ਆਉਂਦਾ ਹੈ, ਰੋਟੀ ਪਾਣੀ ਖਾਂਦਾ, ਸੌਂ ਜਾਂਦਾ। ਬਸ ਆਹੀ ਬੰਦੇ ਦੇ ਜੀਵਨ ਦਾ ਸਰਕਲ ਚੱਲਦਾ ਰਹਿੰਦਾ ਸਾਰੀ ਜ਼ਿੰਦਗੀ। ਰੋਜ਼ ਇਹੀ ਹੋ ਰਿਹਾ ਸਾਡੇ ਜੀਵਨ ਵਿੱਚ। ਰੋਟੀ ਪਾਣੀ ਖਾਂਦੇ ਆ, ਕੰਮ ਤੇ ਜਾਂਦੇ ਆ, ਸ਼ਾਮ ਨੂੰ ਆਉਂਦੇ ਆ, ਰੋਟੀ ਪਾਣੀ ਖਾਂਦੇ ਆ, ਸੌਂਦੇ ਆ। ਇਸ ਤੋਂ ਇਲਾਵਾ ਹੋਰ ਕੀ ਕਰ ਰਹੇ ਹਾਂ ਅਸੀਂ? ਇਹੀ ਕੁਝ ਕਰ ਰਹੇ ਹਾਂ। ਹੋਰ ਹੈ ਕੁਝ ਜੀਵਨ ਵਿੱਚ? ਨਹੀਂ। ऐसा नहीं है कि काम धंधा नहीं करना चाहिए, पर जिहड़ी गल सतगुरु सानू समझाउणा चाहुंदे ने, सानू वो समझना चाहिए है। सतगुरु ने कहा कि किरत जरूरी है। सिक्खी दे विच, गुरमत दे विच किरत पहला है, पर किरत दे नाल नाल वाहिगुरू दी कीर्ति भी नाल ओनी जरूरी है। इस लिए दोनों चीज़ां गुरु साहब ने नाल नाल रखियां। जिन्हां लोकां दे जीवन विच सिर्फ किरत रह जांदी है, काम रह जांदा है, वो लोग धंदियां दे विच अन्ने हो जांदे ने, क्योंकि होर कुछ दिसदा ही नहीं।
ਕੰਮ ਹੀ ਕੰਮ, ਕੰਮ ਹੀ ਕੰਮ, ਕੰਮ ਹੀ ਕੰਮ ਬਸ। ਤੇ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਸਿਰਫ ਕੀਰਤੀ ਰਹਿ ਜਾਂਦੀ ਹੈ, ਸਿਮਰਨ, ਉਹ ਵਿਹਲੜ ਹੋ ਜਾਂਦੇ ਨੇ। ਉਹਨਾਂ ਨੂੰ ਲੋਕ ਵਿਹਲੜ ਸਾਧ ਸੱਦਦੇ ਨੇ ਕਿ ਇਹ ਕੁਛ ਨਹੀਂ ਕਰਦੇ, ਇਹ ਬਸ ਲੋਕਾਂ ਦੇ ਆਸਰੇ ਰਹਿੰਦੇ ਨੇ ਬਸ। ਇਹ ਕਿਸੇ ਦੀ ਕਿਰਪਾ ਦੇ ਉੱਤੇ ਨਿਰਭਰ ਕਰਦੇ ਨੇ ਕਿ ਕੋਈ ਕੁਛ ਦੇ ਜਾਵੇ ਖਾਣ ਨੂੰ, ਕਿਉਂਕਿ ਆਪ ਤੇ ਕੁਝ ਕਮਾਉਂਦੇ ਨਹੀਂ। ਇਸ ਲਈ ਗੁਰੂ ਸਾਹਿਬ ਨੇ ਦੋਨਾਂ ਨੂੰ ਨਹੀਂ ਪ੍ਰਵਾਨ ਕੀਤਾ। ਸਤਿਗੁਰੂ ਨੇ ਕਿਹਨੂੰ ਪ੍ਰਵਾਨ ਕੀਤਾ? ਜਿਹੜਾ ਕਿਰਤ ਕਰਦਾ ਤੇ ਨਾਲ ਵਾਹਿਗੁਰੂ ਦੀ ਕੀਰਤੀ ਵੀ ਕਰਦਾ। ਜਿਹੜਾ ਧੰਦਾ ਕਰਦਾ ਤੇ ਧੰਦੇ ਦੇ ਨਾਲ ਨਾਲ ਧਰਮ ਵੀ ਕਮਾਉਂਦਾ ਹੈ, ਸਤਿਗੁਰੂ ਨੇ ਉਸ ਨੂੰ ਚੁਣਿਆ। ਸਤਿਗੁਰੂ ਦਾ ਸਿੱਖ ਕਿਰਤ ਵੀ ਕਰਦਾ ਤੇ ਕੀਰਤੀ ਵੀ ਕਰਦਾ। ਉਹ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਤੇ ਬੰਦਗੀ ਤੇ ਨਾਲ ਨਾਲ ਆਪਣਾ ਧੰਦਾ ਕਰਨ ਵਾਲਾ, ਤੇ ਐਸਾ ਬੰਦਾ ਹੀ ਇਸ ਸੰਸਾਰ ਵਿੱਚ ਸਫਲ ਹੁੰਦਾ ਹੈ, ਇੱਥੇ ਵੀ ਤੇ ਅੱਗੇ ਵੀ। ਉਹਦਾ ਲੋਕ ਵੀ ਸਵਰਦਾ ਹੈ, ਉਹਦਾ ਪਰਲੋਕ ਵੀ ਸਵਰਦਾ ਹੈ। ਉਹਦੇ ਦੋਨੋਂ ਪੱਖ ਸਵਰਦੇ ਨੇ। ਉਹਦਾ ਅੱਜ ਵੀ ਸਵਰਦਾ ਤੇ ਉਹਦਾ ਕੱਲ ਵੀ ਸਵਰਦਾ, ਜਿਹਨੇ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਵਸਾਇਆ। ਇਸ ਲਈ ਅੱਜ ਦੇ ਇਸ ਸ਼ਬਦ ਅੰਦਰ ਰਵਿਦਾਸ ਜੀ ਸਾਨੂੰ ਸੋਝੀ ਦਿੰਦੇ ਨੇ। ਰਵਿਦਾਸ ਮਹਾਰਾਜ ਕਹਿੰਦੇ ਨੇ ਕਿ ਕੋ ਵਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਿ ਮੈਂ ਉਸ ਪ੍ਰਮਾਤਮਾ ਦੇ ਨਾਮ ਦਾ ਵਪਾਰੀ ਵਣਜਾਰਾ ਤੇ ਮੇਰਾ ਟਾਂਡਾ ਲੱਦਿਆ ਜਾ ਰਿਹਾ ਹੈ। ਵਪਾਰੀ ਹਾਂ ਅਸੀਂ ਸਭ, ਕੋਈ ਕਿਸੇ ਚੀਜ਼ ਦਾ, ਕੋਈ ਕਿਸੇ ਚੀਜ਼ ਦਾ, ਕਿਉਂਕਿ ਲੱਗੇ ਤਾਂ ਸਭ ਧਨ ਦੇ ਪਿੱਛੇ ਹੀ ਆ। ਕੋਈ ਥੋੜਾ ਧਨ ਕਮਾਉਂਦਾ ਹੈ, ਕੋਈ ਬਹੁਤਾ ਕਮਾਉਂਦਾ ਹੈ। ਕਿਸੇ ਦੀ ਗੱਲ ਹਜ਼ਾਰਾਂ ਤੱਕ ਸੀਮਤ ਹੈ, ਕਿਸੇ ਦੀ ਲੱਖਾਂ ਤੱਕ ਤੇ ਕਿਸੇ ਦੀ ਕਰੋੜਾਂ ਤੱਕ। ਬਸ ਗਿਣਤੀ ਦਾ ਥੋੜਾ ਫਰਕ ਹੈ, ਪਰ ਲੱਗੇ ਸਭ ਧਨ ਮਗਰ ਹੀ ਆ, ਦੌੜ ਸਭ ਪੈਸੇ ਮਗਰ ਹੀ ਰਹੇ ਆ। ਇਸ ਲਈ ਸਤਿਗੁਰੂ ਕਹਿੰਦੇ ਕਿ ਵਪਾਰੀ ਵਾਹਿਗੁਰੂ ਦੇ ਨਾਮ ਦਾ ਤਾਂ ਕੋਈ ਵਿਰਲਾ ਵਿਰਲਾ ਹੈ। ਵਾਹਿਗੁਰੂ ਦੇ ਨਾਮ ਦਾ ਵਪਾਰ ਕਰਨ ਵਾਲਾ, ਜਿਹੜਾ ਇਸ ਸੰਸਾਰ ਵਿੱਚ ਵਾਹਿਗੁਰੂ ਦਾ ਨਾਮ ਹਾਸਲ ਕਰਨ ਆਇਆ। ਆਏ ਅਸੀਂ ਸਭ ਇਸੇ ਵਾਸਤੇ ਆ, ਪਰ ਉਲਝ ਜਾਂਦੇ ਆ ਹੋਰ ਚੀਜ਼ਾਂ ਵਿੱਚ, ਲੱਗ ਕੇ ਰਹਿ ਜਾਂਦੇ ਆ ਸਿਰਫ ਕੰਮ ਧੰਦਿਆਂ ਦੇ ਵਿੱਚ ਹੀ। ਆਏ ਉਸ ਵਾਹਿਗੁਰੂ ਤੱਕ ਅੱਪੜਨ ਲਈਆਂ, ਪਰ ਅੱਪੜ ਕੇ ਧਨ ਤੱਕ ਹੀ ਸੀਮਤ ਰਹਿ ਜਾਂਦੇ ਆ। ਪਹੁੰਚਣਾ ਉਸ ਪਰਮੇਸ਼ਰ ਤੱਕ ਹੈ, ਪਰ ਮਾਇਆ ਤੱਕ ਪਹੁੰਚ ਹੋ ਜਾਂਦੀ ਹੈ ਤੇ ਉੱਥੇ ਹੀ ਰਹਿ ਜਾਂਦੇ ਆ। ਮਾਇਆ ਦੀ ਚਕਾਚੌਂਧ ਤੱਕ ਹੀ ਸੀਮਤ ਰਹਿ ਕੇ ਆਪਣਾ ਜੀਵਨ ਜੀ ਜਾਂਦੇ ਆ। ਪਰ ਕਦੇ ਵੀ ਸੰਤੁਸ਼ਟੀ ਨਹੀਂ ਮਿਲਦੀ ਮਾਇਆ ਵਿੱਚ। ਮਾਇਆ ਚਾਹੇ ਥੋੜੀ ਹੋਵੇ ਤੇ ਚਾਹੇ ਬਹੁਤੀ, ਚਾਹੇ ਲੋੜ ਜਿੰਨੀ ਹੋਵੇ ਚਾਹੇ ਲੋੜ ਤੋਂ ਬਹੁਤ ਜ਼ਿਆਦਾ, ਬੰਦੇ ਨੂੰ ਕਦੇ ਸੰਤੁਸ਼ਟੀ ਨਹੀਂ ਮਿਲਦੀ, ਕਿਉਂਕਿ ਬੰਦਾ ਉਸ ਚੀਜ਼ ਵਾਸਤੇ ਇਸ ਦੁਨੀਆ ਵਿੱਚ ਆਇਆ ਹੀ ਨਹੀਂ ਹੈ। ਜੇ ਬੰਦਾ ਸਿਰਫ ਪੈਸੇ ਵਾਸਤੇ, ਮਾਇਆ ਵਾਸਤੇ ਹੀ ਇਸ ਦੁਨੀਆ ਵਿੱਚ ਆਇਆ, ਤਾਂ ਫਿਰ ਮਾਇਆ ਮਿਲਣ ਤੇ ਬੰਦਾ ਰੱਜਦਾ ਕਿਉਂ ਨਹੀਂ? ਬੰਦੇ ਦੇ ਜੀਵਨ ਵਿੱਚ ਤ੍ਰਿਪਤੀ ਕਿਉਂ ਨਹੀਂ ਆਉਂਦੀ? ਰੱਜ ਕਿਉਂ ਨਹੀਂ ਆਉਂਦਾ? ਪਰ ਇਹ ਜ਼ਰੂਰ ਦੇਖਿਆ ਗਿਆ ਹੈ ਕਿ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ ਉਹ ਰੱਜ ਗਏ, ਉਹਨਾਂ ਨੂੰ ਟਿਕ ਗਏ ਦੇਖਿਆ ਗਿਆ, ਉਹਨਾਂ ਨੂੰ ਸਥਿਰ ਹੋ ਗਏ ਦੇਖਿਆ ਗਿਆ,
ਉਹ ਰੱਜ ਗਏ, ਬਿਲਕੁਲ ਸ਼ਾਂਤ ਹੋ ਗਏ। ਉਹਨਾਂ ਦੀ ਦੌੜ ਮਿਟ ਗਈ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ। ਪਰ ਜਿਨ੍ਹਾਂ ਨੂੰ ਮਨ ਭਾਉਂਦੀ ਮਾਇਆ ਮਿਲ ਗਈ, ਉਹਨਾਂ ਨੂੰ ਸ਼ਾਂਤ ਨਹੀਂ ਦੇਖਿਆ ਗਿਆ। ਉਹਨਾਂ ਦੀ ਦੌੜ ਹੋਰ ਵੱਧਦੀ ਹੋਈ ਨਜ਼ਰ ਆਈ। ਤੁਸੀਂ ਸਾਡੇ ਦੇਸ਼ ਦੇ 1-2 ਅਮੀਰ ਆਦਮੀ ਨੇ, ਸਾਰੀ ਇਕਨੋਮੀ ਉਹਨਾਂ ਦੇ ਹੱਥ ਹੀ ਹੈ ਦੇਸ਼ ਦੀ। ਕਰੋੜਾਂ ਰੁਪਇਆਂ ਦੇ ਮਾਲਕ ਨੇ, ਅਰਬਾਂ ਦੇ। ਕਰੋੜਾਂ ਤਾਂ ਉਹਨਾਂ ਦੀ ਰੋਜ਼ ਦੀ ਕਮਾਈ ਹੈ। ਅਸੀਂ ਤੇ ਸੋਚ ਵੀ ਨਹੀਂ ਸਕਦੇ ਹਾਂ ਕਦੇ। ਉਹ ਤੇ ਇੱਕ ਦਿਨ ਦਾ ਹੀ 2-2 ਹਜ਼ਾਰ ਕਰੋੜ ਕਮਾ ਲੈਂਦੇ ਨੇ, ਤੇ ਸਾਡੇ ਤਾਂ ਸੁਪਨੇ 'ਚ ਵੀ ਨਹੀਂ ਆਉਣਾ ਕਦੇ ਇੰਨਾ ਪੈਸਾ। ਪਰ ਫਿਰ ਵੀ ਮਨ ਨੂੰ ਟਿਕਾ ਨਹੀਂ ਹੈ। ਫਿਰ ਵੀ ਮਨ ਨੂੰ ਇਹੀ ਦੌੜ ਹੈ ਕਿ ਹੋਰ ਮਿਲ ਜਾਏ, ਹੋਰ ਮਿਲ ਜਾਏ। ਕਿ ਜਿਹੜਾ ਕੋਈ ਧੰਦਾ ਉਹਨਾਂ ਦੇ ਕੋਲੋਂ ਰਹਿ ਗਿਆ ਨਾ, ਜਿਵੇਂ ਖੇਤੀ ਰਹਿ ਗਈ ਹੈ, ਖੇਤੀ ਵੀ ਸਾਡੇ ਕੋਲ ਆ ਜਾਏ, ਉਹ ਵੀ ਸਾਡੇ ਅਧੀਨ ਹੀ ਹੋ ਜਾਏ। ਇਸ ਲਈ ਜ਼ੋਰ ਲੱਗਾ ਹੋਇਆ ਸਭ ਪਾਸਿਓਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਭ ਧੰਦੇ ਸਾਡੇ ਕੋਲ ਹੀ ਆ ਜਾਣ, ਸਭ ਦੌਲਤ ਸਾਡੇ ਕੋਲ ਹੀ ਆ ਜਾਵੇ। ਅਰਬਾਂ ਦਾ ਮਾਲਕ ਹੋ ਕੇ ਵੀ ਬੰਦਾ ਸ਼ਾਂਤ ਨਹੀਂ ਹੈ, ਤ੍ਰਿਪਤ ਨਹੀਂ ਹੈ। ਕਿਉਂ? ਕਿਉਂਕਿ ਦੌਲਤ ਨਾਲ ਕਦੇ ਸ਼ਾਂਤੀ ਆਉਂਦੀ ਨਹੀਂ ਹੈ। ਪਰ ਦੂਸਰੇ ਪਾਸੇ ਕਬੀਰ ਸਾਹਿਬ ਵਰਗੇ, ਰਵਿਦਾਸ ਜੀ ਵਰਗੇ, ਨਾਮਦੇਵ ਜੀ ਵਰਗੀਆਂ ਸ਼ਖਸੀਅਤਾਂ, ਉਹਨਾਂ ਦੇ ਕੋਲ ਕੁਝ ਵੀ ਨਹੀਂ, ਪਰ ਫਿਰ ਵੀ ਉਹ ਸ਼ਾਂਤ, ਰੱਜੇ ਹੋਏ, ਤ੍ਰਿਪਤ ਨਜ਼ਰ ਆਉਂਦੇ ਨੇ। ਕਿਉਂਕਿ ਉਹਨਾਂ ਨੂੰ ਉਹ ਮਿਲ ਗਿਆ ਜਿਹੜਾ ਦੌਲਤ ਨਾਲ ਨਹੀਂ ਮਿਲਦਾ। ਅਸਲ ਧਨ ਤਾਂ ਉਹਨਾਂ ਕੋਲ ਹੀ ਹੈ, ਭਗਤਾਂ ਕੋਲ, ਗੁਰਮੁਖਾਂ ਦੇ ਕੋਲ ਹੀ, ਸੰਤਾਂ ਕੋਲ ਹੀ ਹੈ ਅਸਲ ਧਨ। ਉਸ ਧਨ ਨੇ ਉਹਨਾਂ ਨੂੰ ਅਮੀਰ ਕਰ ਦਿੱਤਾ। ਤੇ ਅਮੀਰਾਂ ਕੋਲ ਕਿਹੜਾ ਧਨ ਹੈ? ਅਮੀਰਾਂ ਕੋਲ ਆ ਕਾਗਜ਼ ਦੇ ਨੋਟ, ਅਮੀਰਾਂ ਕੋਲ ਸੋਨਾ ਚਾਂਦੀ, ਜ਼ਮੀਨਾਂ, ਤੇ ਇਹਨਾਂ ਚੀਜ਼ਾਂ ਨੇ ਅਮੀਰਾਂ ਨੂੰ ਹੋਰ ਗਰੀਬ ਕਰ ਦਿੱਤਾ, ਕੰਗਾਲ। ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਕਿ ਜਿਨ੍ਹਾਂ ਦੇ ਪੱਲੇ ਧਨ ਦੌਲਤ ਹੈ ਉਹ ਤਾਂ ਫਕੀਰ ਨੇ, ਪਰ ਜਿਨ੍ਹਾਂ ਦੇ ਕੋਲ ਧਨ ਦੌਲਤ ਨਹੀਂ, ਜਿਨ੍ਹਾਂ ਦੇ ਕੋਲ ਪਰਮੇਸ਼ਰ ਹੈ, ਉਹੀ ਬੰਦੇ ਗੁਣੀ ਗਹੀਰ ਨੇ, ਜਿਨ੍ਹਾਂ ਦੇ ਪੱਲੇ ਪਰਮੇਸ਼ਰ ਵਸਦਾ ਹੈ। ਇਸ ਲਈ ਸਤਿਗੁਰੂ ਕਹਿੰਦੇ, ਵਾਹਿਗੁਰੂ ਦੇ ਨਾਮ ਦਾ ਵਪਾਰੀ ਕੋਈ ਵਿਰਲਾ ਹੈ। ਉਹਦੇ ਨਾਲ ਜੁੜ ਕੇ ਹੀ ਬੰਦਾ ਤ੍ਰਿਪਤ ਹੁੰਦਾ ਹੈ, ਸ਼ਾਂਤ ਹੁੰਦਾ ਹੈ। ਵਾਹਿਗੁਰੂ ਮਿਲੇਗਾ ਤਾਂ ਜੀਵਨ ਵਿੱਚ ਤ੍ਰਿਪਤੀ ਆਵੇਗੀ। ਵਾਹਿਗੁਰੂ ਨਾ ਮਿਲਿਆ, ਪਰਮੇਸ਼ਰ ਵਿੱਚ ਨਾ ਅਸੀਂ ਲੀਨ ਹੋਏ, ਤਾਂ ਸਭ ਕੁਝ ਮਿਲ ਜਾਵੇ, ਸਾਰੀਆਂ ਚੀਜ਼ਾਂ ਮਿਲ ਜਾਣ ਦੁਨੀਆ ਦੀਆਂ, ਜੋ ਵੀ ਤੁਸੀਂ ਚਾਹੁੰਦੇ ਹੋ, ਹਰ ਮਨੋਰਥ ਪੂਰਾ ਹੋ ਜਾਵੇ, ਹਰ ਇੱਛਾ। ਪਰ ਜੇ ਪ੍ਰਮਾਤਮਾ ਨਾ ਮਿਲੇ ਤਾਂ ਸਭ ਖਾਲੀ ਖਾਲੀ ਹੈ, ਸਭ ਖਾਲੀ ਖਾਲੀ, ਸਭ ਫਿੱਕਾ, ਬੇਸਵਾਦਾ ਕਹਿ ਲਓ। ਕਿ ਕਿਸੇ ਚੀਜ਼ ਵਿੱਚ ਰਸ ਨਹੀਂ, ਕਿਸੇ ਚੀਜ਼ ਵਿੱਚ ਆਨੰਦ ਨਹੀਂ। ਪਰ ਉਹ ਵਾਹਿਗੁਰੂ ਮਿਲ ਗਿਆ ਤੇ ਹੋਰ ਕੁਝ ਵੀ ਨਾ ਮਿਲਿਆ, ਤਾਂ ਰੁੱਖੀ ਰੋਟੀ ਵਿੱਚ ਵੀ ਆਪਣਾ ਇੱਕ ਮਜ਼ਾ ਹੋਵੇਗਾ, ਸਵਾਦ ਹੋਵੇਗਾ। ਤਾਂ ਪੈਦਲ ਤੁਰਨ ਵਿੱਚ ਵੀ ਆਪਣੇ ਇੱਕ ਆਨੰਦ ਹੋਵੇਗਾ। ਕੋਈ ਗੱਲ ਨਹੀਂ ਜੇ ਗੱਡੀ ਨਹੀਂ ਹੈ ਤਾਂ, ਕਿਉਂਕਿ ਅਸਲ ਚੀਜ਼ ਮਿਲ ਗਈ, ਜਿੱਥੇ ਸਕੂਨ ਹੈ, ਜਿੱਥੇ ਆਨੰਦ ਹੈ। ਇਸ ਲਈ ਵਾਹਿਗੁਰੂ ਮਿਲ ਗਿਆ, ਉਹਦੇ ਵਿੱਚ ਲੀਨ ਹੋ ਗਏ ਤਾਂ ਸਭ ਕੁਝ ਹੋ ਗਿਆ। ਉਹ ਨਾ ਮਿਲਿਆ ਤਾਂ ਸਭ ਚੀਜ਼ਾਂ ਮਿਲ ਗਈਆਂ ਤਾਂ ਕੱਖ ਵੀ ਨਹੀਂ ਮਿਲਿਆ ਹੈ। ਇਸ ਲਈ ਅਮੀਰ ਆਦਮੀ ਬਹੁਤੀ ਵੇਰਾ ਦੁਖੀ ਦੇਖੇ ਜਾਂਦੇ ਨੇ, ਗਰੀਬ ਆਦਮੀ ਬਹੁਤੀ ਵੇਰਾ ਸੁਖੀ ਦਿਖਾਈ ਦਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ, ਕੋਈ ਹੈ ਵਾਹਿਗੁਰੂ ਦੇ ਨਾਮ ਦਾ ਵਪਾਰੀ। ਇਸ ਲਈ ਉਹਦੇ ਨਾਮ ਦੇ ਵਣਜ ਵਾਲੇ ਪਾਸੇ ਤੁਰਨਾ।
ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਤੁਰਨਾ। ਧਨ ਵਾਲੇ ਪਾਸੇ ਤਾਂ ਸਾਰੀ ਦੁਨੀਆ ਲੱਗੀ ਹੋਈ ਹੈ। ਧਨ ਮਗਰ ਤਾਂ ਹਰ ਬੰਦਾ ਅੰਨਾ ਹੈ, ਹਰ ਕੋਈ। ਖਿਆਲ ਰੱਖਣਾ, ਵਾਹਿਗੁਰੂ ਦੇ ਇਸ ਮਾਰਗ ਦੇ ਉੱਤੇ ਭੀੜ ਨਹੀਂ ਮਿਲੇਗੀ, ਇਸ ਲਈ ਇਸ ਰਾਹ ਤੇ ਚੱਲਣਾ ਥੋੜਾ ਸੌਖਾ ਹੈ। ਪਰ ਇਸ ਧਨ ਦੌਲਤ ਵਾਲੇ ਰਸਤੇ ਤੇ, ਮਾਇਆ ਵਾਲੇ ਰਸਤੇ ਤੇ ਬੜੀ ਭੀੜ ਹੈ। ਇੱਥੇ ਬੜਾ ਕੰਪੀਟੀਸ਼ਨ ਹੈ, बड़ा कंपटीशन। इधर जितना बहुत औखा है, इधर सफल होना भी बहुत औखा है, क्योंकि भीड़ इन्नी है लोगों की, ते लखां करोड़ां लोग इक्को ही चीज़ हासिल करने वाले पासे लगे हुए ने, ते इधर वाहिगुरू वाले पासे तुहाडे तो बिना होर कोई नहीं होवेगा। इकल्ला आदमी, इकल्ला, बिल्कुल सुनसान रस्ता, इकल्ले तुरे जाना है। शायद बंदा इकल्ला तुरन तो डरदा है, इस करके इस पासे बहुत घट तुरदा है। इकल्ले नहीं होना चाहते लोग भीड़ नाल चलना चाहते, क्योंकि भीड़ नाल थोड़ा भरोसा जिहा रहिंदा है, डर नहीं रहिंदा, किसी तरह का कोई खौफ नहीं। पर भीड़ बहुती बेरा सही राह ते नहीं ले जाती। भीड़ दी कोई शक्ल नहीं हुंदी, कोई सूरत नहीं हुंदी, भीड़ दा कोई मार्ग नहीं हुंदा। भीड़ जिधर नूं दिस चल पई चल पई। भीड़ किसी दा नुकसान करने वाले पासे तुर पई तां तुर पई, किसी दे घर नूं अग लाउण वाले पासे तुर पई तां तुर पई। वो विचारदी नहीं कि सही है ना गलत है। इसलिए भीड़ मगर तुरना बहुती सियाणी गल नहीं हुंदी, पर लोग भीड़ मगर तुरना ही पसंद करते हैं। इकल्ले तुरन विच सुख है, पर थोड़ा खतरा भी है। भगत दा मार्ग, बंदगी दा मार्ग इकल्ले दा मार्ग है, इसलिए कोई विरला इस मार्ग ते तुरदा है। इत्थे करोड़ां लोग नहीं चलते, इत्थे कोई एक चलदा, कोई एक आद चलता है इस मार्ग पे। इसलिए रविदास जी कहते, को बनजारो राम को मेरा टांडा लद्या जाए, कि मेरा टांडा लद्या जा रहा है। उस वाहिगुरू दे नाम दा मैं व्यापारी, उहदे नाम दा वणज करन वाला, क्योंकि ओही है जीवन, ओही है सरमाया, ओही है सब कुछ। सतगुरु कहते, घट अव घट डूगर घना, एक निर्गुण बैल हमार। टांडा तां लद्या है, जिहड़ा मार्ग है ना वो थोड़ा औखा है, कि पहाड़ी घाटी है, रस्ता बड़ा खतरनाक है, ते जिहड़ा मन रूपी बैल है वो बड़ा निगुण है, बड़ा कमज़ोर जिहा है। क्योंकि मन कमज़ोर होया वासनावां करके, लोभ मोह करके, काम ने खा लिया मन नूं, इसलिए जर्जर होया पिया, निर्गुण है, निगुणा। घट अवघट डूगर घना, एक निर्गुण बैल हमार। सतगुरु कहंदे ये बैल निर्गुण, ये मेरा, ये साडा बैल निगुणा। किवें इस घाटी दे उत्ते चढ़िया जावे? ये तुरदा ही नहीं है, इहदे कोलों तुरिया नहीं जाता, मसां हौली हौली पैर पुट्टदा है। किते ये ना होवे कि जरा जिहा ये इधर उधर नूं हो जावे ते ये जिहड़ा टांडा है, ये जिहड़ा गड्ढा लद्दिया है, किते डिग ही ना पवे, किते खड्ड विच ही ना डिग पवे। डूगर, डूगर ये खड्डां जिहड़ियां आले दुआले पहाड़ां दे दुआले हुंदियां ना, कि डूंगी खड्ड, कि पता नहीं कि टैर इस बैल गड्डी का जरा जा खिसक गया तो किते हेठा ना जा पवे, इसलिए डर भी लगता है। काम क्रोध लोभ मोह
वासनावां, ईर्षा, निंदा, चुगली, ऐसियां बेअंत चीज़ां ने ਜਿਹੜੀਆਂ इस मन ਨੂੰ ਡਿਗਾਉਣ वास्ते तैयार बैठियां। मन किसी ना किसी चीज़ दे अड़िके आ ही जाता है। काम तो बच जावे तो क्रोध पकड़ लेंदा है, क्रोध तो बच जावे तो लोभ दे वस पै जाता है, लोभ तो बच जाए तो मोह तो फिर है ही है ना, मोह तो है ही बड़ा मजबूत। मोह तो भी किसी तरह बच जाए तो फिर हंकार, उहदे तो बचना तो बहुत औखा है। आसा, तृष्णा, ईर्षा, द्वेष, ऐसे बेअंत औगण ने, उस्तत, निंदा, ऐसियां बेअंत चीज़ां ने जिन्हां दे वस पै जांदा है बंदा, जिन्हां दे वस पै के एक खड्ड विच डिगदा है, ਇਹ ਹੇਠਾਂ ਨੂੰ ਜਾਂਦਾ, ਇਹ ਹੇਠਾਂ ਨੂੰ ਖਿੱਚਦੀਆਂ ਬੰਦੇ ਨੂੰ, ਨਿਗਾਰ ਵੱਲ ਨੂੰ ਲੈ ਕੇ ਜਾਂਦੀਆਂ, ਬੰਦਾ ਹੇਠਾਂ ਨੂੰ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਘਟ ਅਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ। ਮੇਰੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਉਸ ਪਰਮੇਸ਼ਰ ਅੱਗੇ, मेरी पूंजी राख मुरार। हे सच्चे पातशाह कृपा कर कि ये जिहड़ी मैं पूंजी लद्दी है ना, ये किते डिग ना पवे, तू कृपा करके इनू रख लै। ये जो मैं गड्ढा लद्दिया है ना, क्योंकि जद तक तेरे दर अपड़दा नहीं उदों तक गल नहीं बननी, क्योंकि रस्ते विच बड़े खतरे ने। ਜਦੋਂ तक तेरे चरणों नाल साझ नहीं पैंदी, तेरे दर ते अपड़ नहीं जाते, उदों तक खतरा ही खतरा है, उदों तक डर ही डर है। इसलिए तेरे चरणों विच ये अरदास है कि मेरी पूंजी नूं कृपा करके रख लै, किते इनू काम क्रोध लुट ना लैण, किते इन्हां दी वजह करके मैं डिग ना पवां, किसे आसा दी किते तृष्णा दी ठोकर ना वज जावे, लोभ मोह वो किते ठग ना लैण, किते लुट ना लैण, वासनावां दे विच उलझ ना जावां। इस करके कृपा करके रख लै, रहमत करके बचा लै इन्हां तो, मेरी पूंजी साबित रह जाए, ये लुट्टी ना जावे, ये लुट्टी ना जाए। क्योंकि साडा समा, ਆਪਾਂ ਸਵਾਸਾਂ ਨੂੰ भी पूंजी ਕਹਿੰਦੇ ਆ ना, कि ਸਾਡੇ ਸਵਾਸ ਰੂਪੀ पूंजी भी लुट्टी ਜਾਂਦੀ है इधर उधर ਦੀਆਂ ਗੱਲਾਂ ਵਿੱਚ। ਜਦੋਂ ਅਸੀਂ ਕਿਸੇ ਦੇ ਨਾਲ ਘੰਟਿਆਂ ਬੱਧੀ ਗੱਲਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰ ਦਿੰਦੇ ਆ, ਸਾਨੂੰ ਉਸ ਵਕਤ ਨਹੀਂ ਪਤਾ ਚੱਲਦਾ, ਜਦੋਂ ਸਮਾਂ ਗੁਜ਼ਰ ਜਾਂਦਾ ਫਿਰ ਖਿਆਲ ਆਉਂਦਾ ਕਿ ਐਵੇਂ 2 ਘੰਟੇ ਖਰਾਬ ਕੀਤੇ ਉੱਥੇ, कि फलानी थां गए सी, कुछ लाभ नहीं होया, समा बर्बाद किया, आउण जाण च समा ब्यास बर्बाद गया, उत्थे जाके जिहड़ा समा गुजारिया वो भी बर्बाद गया। बाद विच ख्याल आउंदा है, बाद विच पता चलदा। इसलिए माया विच इधर उधर बंदे दा समा व्यर्थ गुजर जांदा है, ये साडी पूंजी इवें बर्बाद हुंदी है। इस करके सतगुरु कहते हे सच्चे पातशाह कृपा कर कि मेरी पूंजी रह जाए, ये बर्बाद ना होवे, मेरा समा तेनू सिमरदियां बतीत होवे, मैं काम धंधे करदियां भी तेनू सिमरदा रहा। कृपा कर मेरी पूंजी राख मुरार, को बंजारो राम को मेरा टांडा लादया जाए रे, मेरा ये गड्ढा लद्या जा रहा है, कृपा कर ये लद्या जा सके तेरी बंदगी नाल, सिमरन नाल, साधना नाल, तेरा जप तप करदियां इनू मैं लद सकां, कृपा कर रहाओ। हाँ बनजारो राम को सहज करो व्यापार। सतगुरु कहंदे मैं उस वाहिगुरू दे नाम दा व्यापारी, उस परमेश्वर दा बनजारा, असीं बनजारे हाँ, बस उलझ गए होर होर चीज़ां विच,
ਉਲਝ ਗਏ ਆ ਸੰਸਾਰ ਦੀ ਇਸ ਚਕਾਚੌਂਧ ਵਿੱਚ। ਇਸ ਤਰ੍ਹਾਂ ਸਮਝ ਲਵੋ ਕਿ ਬੰਦਾ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਧਨ ਕਮਾਉਣ ਗਿਆ ਸੀ ਕਿ ਕੈਨੇਡਾ ਚੱਲਿਆ ਵਾਂ, 4 ਪੈਸੇ ਕਮਾਵਾਂਗਾ, ਘਰ-ਬਾਰ ਬਣ ਜਾਏਗਾ ਮੇਰਾ, ਧੀਆਂ ਪੁੱਤ ਮੇਰੇ ਸੌਖੇ ਹੋ ਜਾਣਗੇ, ਉਹਨਾਂ ਦੇ ਵਧੀਆ ਵਿਆਹ ਹੋ ਜਾਣਗੇ, ਉਹ ਆਪੋ ਆਪਣੇ ਕੰਮ ਧੰਦਿਆਂ ਵਿੱਚ ਸੈੱਟ ਹੋ ਜਾਣਗੇ, ਜਦੋਂ ਸਭ ਕੁਝ ਠੀਕ ਹੋ ਜਾਏਗਾ ਮੈਂ ਮੁੜ ਆਵਾਂਗਾ। ਬੰਦਾ ਚਲਾ ਤਾਂ ਗਿਆ ਪਰ ਵਾਪਸ ਨਹੀਂ ਆ ਸਕਿਆ, ਉੱਥੇ ਦਾ ਹੀ ਹੋ ਗਿਆ। ਜਿਸ ਕੰਮ ਲਈ ਗਿਆ ਸੀ ਉਹ ਕੰਮ ਤਾਂ ਹੋ ਗਿਆ, ਘਰ-ਬਾਰ ਬਣਾਉਣਾ ਚਾਹੁੰਦਾ ਸੀ ਉਹਨੇ ਘਰ ਬਣਾ ਲਿਆ ਵਧੀਆ, ਬੱਚੇ ਵਿਆਹਣਾ ਚਾਹੁੰਦਾ ਸੀ ਵਿਆਹ ਲੈ, ਉਹਨਾਂ ਨੂੰ ਸੈੱਟ ਕਰਨਾ ਚਾਹੁੰਦਾ ਸੀ ਕਰ ਲੈ, 4 ਪੈਸੇ ਜੋੜਨਾ ਚਾਹੁੰਦਾ ਸੀ ਜੋੜ ਲੈ, ਪਰ ਉੱਥੋਂ ਦੀ ਚਕਾਚੌਂਧ ਨੇ, ਮਾਇਆ ਨੇ ਵਾਪਸ ਨਾ ਆਉਣ ਦਿੱਤਾ। ਉਹ ਵਾਪਸ ਨਹੀਂ ਆ ਸਕਿਆ, ਉੱਥੇ ਦਾ ਹੀ ਹੋ ਕੇ ਰਹਿ ਗਿਆ। ਅਸੀਂ ਲੋਕ ਇਸ ਸੰਸਾਰ ਵਿੱਚ ਇਸ ਸੰਸਾਰ ਦੇ ਹੀ ਹੋ ਕੇ ਰਹਿ ਗਏ ਹਾਂ। ਆਏ ਇਸ ਜਗਤ ਅੰਦਰ ਵਾਹਿਗੁਰੂ ਦਾ ਨਾਮ ਵਿਹਾਜਣ ਲਈ ਕਿ ਪ੍ਰਲੋਕ ਸੌਖਾ ਹੋ ਜਾਵੇ ਸਾਡਾ, ਇਸ ਲਈ, ਪਰ ਉਸ ਪ੍ਰਲੋਕ ਦਾ ਤੇ ਚੇਤਾ ਹੀ ਭੁੱਲ ਗਿਆ। ਜਿਵੇਂ ਉਸ ਬੰਦੇ ਨੂੰ ਵਾਪਸ ਮੁੜਨ ਦਾ ਤਾਂ ਚੇਤਾ ਹੀ ਭੁੱਲ ਗਿਆ ਕਿ ਪਿੱਛੇ ਮਾਂ ਯਾਦ ਕਰਦੀ ਹੈ, ਪਿੱਛੇ ਪਿਓ ਬੈਠਾ ਯਾਦ ਕਰਦਾ ਹੈ, ਪਿੱਛੇ ਭੈਣ ਭਾਈ ਬੈਠੇ ਨੇ, ਉਹਨਾਂ ਦਾ ਤਾਂ ਚੇਤਾ ਹੀ ਭੁੱਲ ਗਿਆ। ਉੱਥੋਂ ਦੀ ਚਕਾਚੌਂਧ ਰੂਪ ਰੰਗ ਵਿੱਚ ਐਸਾ ਉਲਝਿਆ ਕਿ ਪਿਛਲਾ ਚੇਤਾ ਭੁੱਲ ਗਿਆ। ਇਸ ਸੰਸਾਰ ਵਿੱਚ ਆ ਕੇ ਸੰਸਾਰ ਦੀ ਚਕਾਚੌਂਧ ਰੂਪ ਰੰਗ ਪੈਸਾ ਚੀਜ਼ਾਂ ਇਹਨਾਂ ਵਿੱਚ ਐਸਾ ਉਲਝਿਆ ਕਿ ਪ੍ਰਲੋਕ ਦਾ ਚੇਤਾ ਹੀ ਭੁੱਲ ਗਿਆ ਬੰਦੇ ਨੂੰ ਕਿ ਇੱਥੋਂ ਜਾਣਾ ਵੀ ਹੈ, ਕਿ ਇੱਥੋਂ ਮੁੜਨਾ ਵੀ ਹੈ। ਇਸ ਲਈ ਬੰਦਾ ਉਲਝ ਗਿਆ। ਸਤਿਗੁਰੂ ਕਹਿੰਦੇ ਹੋਰ ਪਾਸੇ ਵਿੱਚ ਲੱਗ ਗਿਆ, ਜੋ ਕੰਮ ਕਰਨਾ ਸੀ ਉਹ ਨਹੀਂ ਕੀਤਾ, ਬਾਕੀ ਸਭ ਕਰ ਲੈ। ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ। ਕਬੀਰ ਸਾਹਿਬ ਕਹਿੰਦੇ ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ, ਕਿ ਜਿਸ ਕੰਮ ਲਈ ਗਏ ਸੀ ਉਹ ਤੇ ਹੋ ਨਹੀਂ ਸਕਿਆ, ਪਰ ਰਾਹ ਵਿੱਚ ਹੀ ਰਹਿ ਗਏ, ਰਸਤੇ ਵਿੱਚ ਹੀ ਰਹਿ ਗਏ। ਰਸਤੇ ਦੇ ਵਿੱਚ ਰੌਣਕ ਦੇਖ ਕੇ ਉਲਝ ਗਏ, ਹੋਰ ਹੀ ਪਾਸੇ ਲੱਗ ਗਏ। ਸਤਿਗੁਰੂ ਕਹਿੰਦੇ ਕਿ ਉਸ ਵਾਹਿਗੁਰੂ ਦਾ ਵਪਾਰ ਕਰਨਾ ਸੀ, ਉਹਦਾ ਨਾਮ ਲੈਣਾ ਸੀ, ਇਸ ਲਈ ਮੈਂ ਉਸ ਵਾਹਿਗੁਰੂ ਦਾ ਬਣਜਾਰਾ, ਅਸੀਂ ਸਭ ਉਹਦੇ ਬਣਜਾਰੇ, ਪਰ ਉਲਝ ਗਏ ਆ, ਉਲਝ ਗਏ ਆ ਧਨ ਵਿਹਾਜਣ ਵਿੱਚ, ਉਲਝ ਗਏ ਆ ਰੂਪ ਰੰਗਾਂ ਵਿੱਚ, ਉਲਝ ਗਏ ਆ ਹੋਰ ਚੀਜ਼ਾਂ ਵਿੱਚ। ਸਤਿਗੁਰੂ ਕਹਿੰਦੇ ਸਹਿਜ ਵਿੱਚ ਟਿਕ ਕੇ ਇਹ ਵਪਾਰ ਹੁੰਦਾ, ਸਹਿਜ ਨਾਲ, ਇਹ ਸਹਿਜੇ, ਸਹਿਜ ਕਰੋ ਵਪਾਰ, ਸਹਿਜ ਵਿੱਚ ਸੁਭਾਵਕ, ਕਿ ਜਿਵੇਂ ਜਿਵੇਂ ਤੁਸੀਂ ਸਹਿਜੇ ਸਹਿਜੇ ਉਸ ਨੂੰ ਸਿਮਰਦੇ ਹੋ, ਤਿਵੇਂ ਤਿਵੇਂ ਇਹ ਵਪਾਰ ਹੁੰਦਾ। ਹਉ ਬਣਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖਲਾਦੀ ਸੰਸਾਰ। ਮੈਂ ਵਾਹਿਗੁਰੂ ਦਾ ਨਾਮ ਰੂਪੀ ਧਨ ਲੱਦਿਆ ਇਸ ਟਾਂਡੇ ਤੇ, ਮੈਂ ਇਸ ਗੱਡੇ ਤੇ ਵਾਹਿਗੁਰੂ ਦਾ ਨਾਮ ਰੂਪੀ ਧਨ ਲੱਦ ਲਿਆ, ਤੇ ਦੁਨੀਆ ਨੇ ਕੀ ਵਿਹਾਜਿਆ? ਦੁਨੀਆ ਨੇ ਲੱਦਿਆ ਵਿਖ, ਮਾਇਆ। ਇਹ ਜ਼ਹਿਰ ਵਰਗੀ ਜਿਹੜੀ ਮਾਇਆ ਹੈ, ਇਸ ਨੂੰ ਲੱਦ ਲਿਆ ਲੋਕਾਂ ਨੇ। ਲੋਕ ਇਸ ਨੂੰ ਇਕੱਠਾ ਕਰਦੇ ਜਾ ਰਹੇ ਨੇ, ਇਸ ਨੂੰ ਜੋੜਦੇ ਜਾ ਰਹੇ, ਜਮਾ ਕਰਦੇ ਜਾ ਰਹੇ ਨੇ, ਤੇ ਇਹੀ ਬੰਦੇ ਨੂੰ ਫਿਰ ਲੈ ਡੁੱਬਦੀ ਹੈ। ਇਸ ਲਈ ਤਾਂ ਸਤਿਗੁਰੂ ਨੇ ਕਿਹਾ ਇਸ ਜਰ ਕਾਰਨ ਘਣੀ ਵਿਗੂਤੀ, ਇਸ ਜਰ ਕਰਕੇ, ਇਸ ਮਾਇਆ ਕਰਕੇ ਬੜੀ ਦੁਨੀਆ ਦੁਖੀ ਹੋਈ ਹੈ। ਪਰ ਲੋਕ ਫਿਰ ਵੀ ਇਹਦੇ ਮਗਰ ਹੀ ਦੌੜਦੇ ਨੇ। ਬੇਸ਼ੱਕ ਇਸ ਨੇ ਬਹੁਤ ਦੁਖੀ ਕੀਤਾ, ਇਸ ਨੇ ਬਹੁਤ ਬੰਦੇ ਨੂੰ ਖੱਜਲ ਕੀਤਾ, ਖੁਆਰ ਕੀਤਾ, ਪਰ ਬੰਦਾ ਫਿਰ ਵੀ ਇਹਦੇ ਮਗਰ ਹੀ ਭੱਜਦਾ ਹੈ।
इस करके सतगुरु कहते भाई बिख लादी संसार, संसार ने बिख नूं ही हासिल कीता लद्या, और वार पार के दानियां। हे सच्चे पातशाह तू उरवार पार, उरले अते परले पासे दा जाणू, तू ही दाना है सब कुछ जानन वाला। उरवार पार के दानियां लिख लिहो आल पताल, कि बंदे ने अपने जीवन विच आल पताल तो इलावा होर लिखिया की है? ऊल जलूल, इधर उधर दीयां चीज़ां, बस इन्हां विच आल जलूल विच ही व्यर्थ चीज़ां विच उलझ गया, जिन्हां दा कोई लाभ नहीं। मोहे जम डंड ना लग गई। रविदास जी कहते, सतगुरु कहते मैनू हुण पूरा भरोसा है कि मैनू हुण आ जम दा डंड नहीं भोगना पैना। मोहे जम डंड ना लग गई, तजीले सर्व जंजाल, क्योंकि मैं सारे जंजाल छड्ड दिते, सारे झमेले छड्ड दिते। हुण मन दी कोई पकड़ नहीं है वासना ना ते, काम क्रोध ते, लोभ मोह ते, ईर्षा निंदा आसा तृष्णा द्वैश, इन्हां उत्ते मन दी हुण कोई पकड़ नहीं। मन इन्हां वल्लों बिल्कुल मुक्त हो गया। तजीले सर्व जंजाल, सारे जंजाल बिन सके। जैसा रंग कुसुंब का तैसा ये संसार। कुसुंब दा रंग, कुसुंब दा फुल, उहदा रंग बड़ा कच्चा हुंदा है, बड़ा कच्चा रंग है, तो वह छेती ही फिक्का पै जाता है, छेती ही उहदा रंग उड़ जाता है। सतगुरु कहते बिल्कुल ऐसा ही संसार है कि संसार दा रंग भी हमेशा रहन वाला नहीं, ये भी रंगत जिहड़ी है 2-4 दिन दी है। कोई भी हमेशा जवान नहीं रहिंदा, कोई भी हमेशा बुढ़ा नहीं रहिंदा, कोई भी हमेशा इस दुनिया विच नहीं रहिंदा। इस करके सतगुरु कहते जैसा रंग कुसुंब का तैसा ये संसार। ये संसार भी 4 दिनां दा है, ते कुसुंब दा रंग भी 4 दिनां दा, वो उड़ जाएगा, वो मुरझा जाएगा। बस जे कुछ पक्का है, जो हमेशा पक्का रहने वाला रंग है, वो है वाहिगुरू दा। मेरे रमैये रंग मजीठ का, मजीठ दा रंग पक्का, कदे उतरदा नहीं, कदे नहीं लथदा। मेरे रमैये रंग मजीठ का कह रविदास जमार। रविदास जी कहते कि मैं उस पक्के रंग की रंगत लई है, इसलिए वाहिगुरू दा ही नाम रंग है जिहड़ा कदे नहीं लथदा है, जिहड़ा कदे नहीं लहिंदा। परमेश्वर दे नाम दा रंग, उस वाहिगुरू दा रंग, इसलिए उस रंग नूं ही अपने मन ते चढ़ाउणा। माया दा रंग ते लथेगा ही लथेगा, वो अपने आप ना असीं ना लाइए तो उस नूं मौत ला देगी। उन्होंने चीज़ां ये सब लथ जाणगियां, एक दिन छुट जाणगियां। इसलिए माया दा रंग, इस सच नूं जाण लईए असीं आप अपनियां अखां नाल, कि मौत सानू चेते करावे कि ये रंग झूठा है, उस तो पहलां असीं खुद जाण लईए ते उस सच्चे रंग नूं, जिन्हों सतगुरु कहते राम नाम राम रंग तिस को लगा। ये वाहिगुरू दे नाम दा रंग उन्होंने लगता है जिहदे वड भाग ने, वो वाला रंग सानू चढ़ जावे, वो वाला रंग वो चढ़ेगा तां ही गल बनेगी, बाकी ते रंग झूठे ने। इस करके सतगुरु कहते मेरे रमैये रंग मजीठ का कह रविदास जमार। वाहिगुरू दे नाम दा रंग सारियां दे मन नूं लग जावे, यही सतगुरु दे चरनां विच बेनती है। होईयां भुल्लां दी खिमा सतगुरु जी अते आप सरबत संगत बख्शण जोग। भुल्लां ना चितारदे होए आखो जी वाहिगुरू जी का खालसा वाहिगुरू जी की फतेह।